जी इजाजत ਦੇ ਨਾਲ ਜੀ ਅੱਜ ਦਾ ਸੈਸ਼ਨ ਅੱਜ ਦੀ ਕਲਾਸ ਅਸੀਂ ਸਟਾਰਟ ਕਰ ਰਹੇ ਹਾਂ ਜੀ ਤੇ ਸਾਰੀ ਸੰਗਤ ਜੁੜ ਬੈਠੀ ਸੰਗਤ ਪਹਿਲਾਂ ਗੁਰਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਜੀ ਹਮੇਸ਼ਾ ਦੀ ਤਰ੍ਹਾਂ ਅਸੀਂ ਹਫ਼ਤੇ 'ਚ 3 ਵਾਰ ਗੁਰਬਾਣੀ ਸਾਂਝ ਕਰ ਰਹੇ ਹਾਂ, ਸ਼ੇਅਰਿੰਗ ਕਰ ਰਹੇ ਹਾਂ, ਗੁਰਬਾਣੀ ਵਿਚਾਰ ਕਰ ਰਹੇ ਹਾਂ ਤੇ ਗੁਰਬਾਣੀ ਨੂੰ ਡੈਪਥ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਯਤਨ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਗੁਰਬਾਣੀ ਸਾਡੇ ਅੰਦਰ ਸਮਾ ਸਕੇ ਤੇ ਅਸੀਂ ਉਹਨੂੰ ਪ੍ਰੈਕਟਿਸ ਕਰ ਸਕੀਏ। ਬਹੁਤ ਹੀ ਅੱਛਾ ਜਦੋਂ ਮੇਰੀ ਵੀਰ ਜੀ ਨਾਲ ਗੱਲ ਹੋ ਰਹੀ ਸੀ ਕੱਲ, ਵੀਰ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਾਨੂੰ ਅੱਜ ਦੇ ਟੌਪਿਕ, ਅੱਜ ਦੇ ਸੈਸ਼ਨ ਉੱਤੇ ਚਾਨਣ ਪਾਉਣਾ ਹੈ, ਤੇ ਮੈਂ ਉਹਨਾਂ ਨੂੰ 2 ਵਾਰ ਪੁੱਛਿਆ ਕਿ ਜੀ ਸ਼ਬਦ ਦੀ ਚੋਟ ਤੇ ਬਹੁਤ ਹੀ ਵਿਸ਼ੇਸ਼ ਟੌਪਿਕ, ਜਿਵੇਂ ਕਿ ਬਹੁਤ ਹੀ ਡੀਪ ਟੌਪਿਕ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਅੱਜ ਵੀਰ ਜੀ ਸਾਨੂੰ ਦੱਸਣਗੇ। ਤੇ ਸੁਣਨ 'ਚ ਵੀ ਲੱਗ ਰਿਹਾ ਸੀ ਕਿ ਦੇਖੋ ਜੀ ਕਿਵੇਂ ਜਿਹੜੀ ਸਾਡੀ ਗੁਰਬਾਣੀ ਦੀ ਸ਼ਬਦਾਵਲੀ ਹੈ ਉਹ ਕਿਤੇ ਨਾ ਕਿਤੇ ਸਾਡੇ ਜੀਵਨ 'ਚ ਸਾਡੇ ਰਹਿਣ ਸਹਿਣ ਉੱਤੇ ਕੁਛ ਅੱਛੀ ਚੋਟ ਕਰ ਰਹੀ ਹੈ। ਤੇ ਅੱਜ ਸਮਝਾਂਗੇ ਜੀ, ਬਹੁਤ ਇੰਟਰਸਟਿੰਗ ਟੌਪਿਕ ਹੈ। ਤੇ ਵੀਰ ਜੀ ਓਵਰ ਟੂ ਯੂ, ਅਸੀਂ ਸਟਾਰਟ ਕਰਦੇ ਹਾਂ। ਲੈਟਸ ਸਟਾਰਟ ਦੀ ਕਲਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਤੋਂ ਸ਼ੁਰੂਆਤ ਕਰਕੇ ਅੱਜ ਦੀ ਆਪਾਂ ਜੋ ਮਿਲ ਬੈਠੇ ਹਾਂ ਹੋਏ ਇਕੱਤਰ, ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਆਪਣੀ ਦੁਬਿਧਾ ਨੂੰ ਦੂਰ ਕਰਕੇ ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਛਾਏ। ਗੁਰੂ ਦੀ ਸ਼ੁਰੂ ਤੋਂ ਕੋਸ਼ਿਸ਼ ਰਹੀ ਹੈ, ਗੁਰੂ ਦਾ ਯਤਨ ਰਿਹਾ ਹੈ ਵੀ ਦੂਰੀਆਂ ਨੂੰ ਖਤਮ ਕਰਕੇ ਨੇੜਤਾ ਲਿਆ ਕੇ ਆਂਦੀ ਜਾਵੇ। ਤੇ ਗੁਰੂ ਨੇ ਹਮੇਸ਼ਾ ਨੇੜੇ ਕੀਤਾ, ਬੰਦੇ ਨੂੰ ਬੰਦੇ ਦੇ ਨੇੜੇ ਕਰਨ ਦਾ ਯਤਨ ਕੀਤਾ। ਤੇ ਜਦੋਂ ਬੰਦਾ ਬੰਦੇ ਦੇ ਨੇੜੇ ਹੋਣ ਲੱਗ ਪੈਂਦਾ, ਸੁਭਾਵਿਕ ਹੈ ਉਹ ਰੱਬ ਦੇ ਨੇੜੇ ਬੜੀ ਛੇਤੀ ਹੋ ਜਾਂਦਾ। ਜਿਹੜੀਆਂ ਚੀਜ਼ਾਂ ਬੰਦੇ ਨੂੰ ਬੰਦੇ ਦੇ ਨੇੜੇ ਨਹੀਂ ਆਉਣ ਦਿੰਦੀਆਂ, ਕਦੇ ਵੀ ਨਹੀਂ ਸਮਝ ਸਕਦੇ ਕਿ ਉਹਨਾਂ ਚੀਜ਼ਾਂ ਦੇ ਆਧਾਰ ਤੇ ਹੀ ਬੰਦਾ ਰੱਬ ਦੇ ਨੇੜੇ ਹੋ ਸਕਦਾ। ਤਾਂ ਕਰਕੇ ਗੁਰੂ ਨੇ ਕਿਹਾ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ, ਆਪਣੀਆਂ ਭਟਕਣਾਵਾਂ ਨੂੰ ਦੂਰ ਕਰ ਦਿਓ, ਲਿਵ ਲਾਏ, ਸੁਰਤ ਨੂੰ ਸੱਚ ਨਾਲ ਲਿਵ ਜੁੜ ਜੇ। ਤੇ ਮਿਲਣਾ ਕੀ ਹੈ? ਹਰ ਨਾਮੇ ਕੇ ਹੋਵੋ ਜੋੜੀ। ਕੋਈ ਵੀ ਬੰਦਾ ਹੈ ਉਹਨੇ ਵਿਹਾਜਣਾ ਰੱਬ ਦਾ ਨਾਮ ਹੈ, ਰੱਬ ਦੀ ਰੱਬੀ ਵਿਚਾਰਧਾਰਾ ਹੈ, ਰੱਬੀ ਗੁਣ ਨੇ, ਤੇ ਇੱਕ ਸਫਾ ਵਿਛਾ ਕੇ ਤੁਸੀਂ ਸਾਰੇ ਬੈਠ ਜਾਓ। ਆਓ ਅੱਜ ਉਸ ਜਿਹੜੀ ਸੱਚ ਦੀ ਵਿਚਾਰਧਾਰਾ, ਜਿਹੜੀ ਆਪਾਂ ਕਹਿ ਸਕਦੇ ਹਾਂ ਗੁਰੂ ਦੀ ਕਿਰਪਾ ਨਾਲ ਗੁਰਮਤ ਦੀ ਸਫਾ ਤੇ, ਕੋਈ ਕਿਤੋਂ ਹੈ ਕੋਈ ਕਿਤੋਂ ਹੈ, ਪਰ ਗੁਰੂ ਸਾਹਿਬ ਨੇ ਸਾਨੂੰ ਅੱਜ ਇਕੱਠਿਆਂ ਕਰਕੇ ਇਸ ਪਲੇਟਫਾਰਮ ਤੇ ਬਿਠਾ ਦਿੱਤਾ ਹੈ। ਸੰਧਿਆ ਵੇਲੇ ਅਸੀਂ ਆਪਣਾ ਅੰਮ੍ਰਿਤ ਵੇਲਾ ਬਣਾਉਣ ਜਾ ਰਹੇ ਹਾਂ। ਸੋ ਗੁਰੂ ਸਾਹਿਬ ਕਿਰਪਾ ਕਰਨ, ਵਿੱਚ ਵਰਤ ਕੇ ਆਪਣੀਆਂ ਵਿਚਾਰਾਂ ਦੀ ਸੇਵਾਵਾਂ ਲੈਣ। ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਨਾਲ ਸਾਂਝ ਪਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਵੀਰ ਜੀ ਹੁਣਾਂ ਨੇ ਕਿਹਾ ਟੌਪਿਕ ਜਿਹੜਾ ਸ਼ਬਦ ਦੀ ਚੋਟ, ਤੇ ਮੈਂ ਆਰੰਭਤਾ ਵਿੱਚ ਬੇਨਤੀ ਕਰਦਿਆਂ ਸਾਡੀ ਅਗਵਾਈ ਕਰਨਗੇ ਭਗਤ ਕਬੀਰ ਜੀ। ਭਗਤ ਕਬੀਰ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦਾਂ ਵਿੱਚੋਂ ਅਸੀਂ ਹੋਰ ਸ਼ਬਦਾਂ ਦੇ ਵੀ ਦਰਸ਼ਨ ਕਰਾਂਗੇ। ਸ਼ਬਦ ਹੈ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ, ਆਪਾਂ ਕਈ ਵਾਰ ਉਹ ਅੰਮ੍ਰਿਤ ਬਚਨ ਪੜ੍ਹਦੇ ਹਾਂ। कबीर चोट सुहेली सेल की लागत ले उसास, चोट सहारे शब्द की तास गुरु में दास। ये भगत कबीर जी का 183 नंबर श्लोक है। चोट सहारे शब्द की तास गुरु में दास, भगत कबीर जी का यह अमृत बचन है।
दरअसल चोट का अपना एक बड़ा वड्डा रोल है, क्योंकि जिन्ना चिर बंदे नूं चोट ना लगे, ठोकर ना वजे, सट ना लगे, चोट तो बिना तब्दीली नहीं होती। चोट बदल देती है। चोट भाई कान सिंह नाभा जी हुणा ने जदों ठोकर शब्द की गल व्याख्या की है, उन्होंने अपने महान कोश दे विच, ते उन्होंने चोट शब्द के अर्थ वख-वख कीते ने। वो कहते ने भी एक चोट या ठोकर कहते भी धक्का वजना, सट लग जानी, एक चोट शब्द ये भी उन्होंने अर्थ किया। दूजा कहते ने भी जदों कोई जमीन तो ऊपर उठी हुई सतह, कोई पत्थर है, कोई रोड़ा है, उन्होंने असीं ठोकर कह देते हैं, ठोकर नाल चोट लग जाती है। फिर तीसरा उन्हें ठोकर का अर्थ किया वा भी एक तलवार ओदा म्यान जिहड़ी ओदी मुट्ठी हुंदी है, ओनूं भी असीं कई बार धातु का सम जिहड़ा है उन्होंने भी ठोकर कह दिता जाता है। चोट ते चोटी ये दोवें अपने बड़े नेड़े संबंध रखते हैं। चोटी ते चोट, चोटी का अर्थ होंदा शिखर, सिरे, चोटी सब तो उपरला पासा। कई बार की हुंदा है बंदे नूं चोट लगे, एक गल होर देखो, साडे को जिहड़ा आ समय ना गोबिंद मिलन की ए तेरी बरिया, ये चोटी का समय, ये शिखर है साडे समय का, ये चोटी है। जे इत्थे चोटी ते पहुंच के जे विकारां दी चोट खा लई ते असीं थल्ले डिग पवांगे। कई बार हुंदा है बंदा गलत पासे पै जावे, गलत राहां ते तुर पवे, जे ओनू गलत राहां ते किते सच दी चोट लग जाए, ऐसी चोट लगे, ओ बंदा चोटी वाला राह फड़ लैंदा है। फिर दोहरा दें, चोटी ते पहुंच के विकारां दी चोट लग जाए, बंदा थल्ले डिग पैंदा है। जे थल्ले डिगे होए नू किते सच दी चोट वाजे, बंदा चोटी ते पहुंच जाता है। गल चोट ते चोटी दी इन्हां विच बड़ा गहरा संबंध है। संभल जड़ा संभल चोट खा के जड़ा संभल गया वो चोटी ते पहुंच गया, जड़ा चोटी ते पहुंच के ना संभलिया ते चोट लग जाए थल्ले ढह पैंदा है। भगत कबीर साहब ने शब्द वरते ने, उन्हां तो पहला जड़ा श्लोक है नाल ओहदे विच उन्होंने चोट का जिक्र किया है। भगत कबीर जी ने, भगत कबीर जी पहले श्लोक विच कहते ने भी कबीर मारे बहुत पुकारिया, पीर पुकारे और लागी चोट मिरम की, रहो कबीरा ठोर। सतगुर दे कोल शब्द है, गुरु शब्द दी चोट ला के, गुरु शब्द दे तीर चला के चोट मारदा है, गुरु शब्द दे बाणा नाल हिरदा बिन देंदा है, ते जदों तीर वज जाए ते तीर ओही सफल है जिहड़ा वजे ते चोट कर जाए। नहीं ते कई बार देखो युद्ध हुंदे ने, इधरों भी तीर चलते हैं, उधरों भी तीर चलते हैं, कई इवें ही हवा च लंघ जाते हैं, कई टिकाणियां ते वज जाते हैं। जिहड़े हवा च लंघ गए वो तीर चले ना चले इक्को जिहे ने, जिहड़ा तीर वज गया वो अपना असर कर गया, वो चोट कर गया। मैं शुरुआत में बेनती की, चोट जिथे भी सट लगेगी, चोट वजेगी, उथे कुछ ना कुछ बदलेगा। जिद्दां हाडे तन ते जे कोई चोट लगी है, उथे शरीर का मास बदल जाता है, दाग पै जाता है, निशान पै जाता है। तन की चोट लगी हुई कुछ समय बाद ठीक हो जाती है। कई बार मन ते चोट लग जाती है, मन ते चोट लगती है शब्दां दी, ते जड़ा असर मन ते लगी हुई चोट शब्द कर जाती है, वो आम शरीर की चोट नहीं करती। मन की तन की चोट केवल दुख देती है,
ਜਦੋਂ ਬੰਦੇ ਦੇ ਮਨ ਤੇ ਸੱਟ ਲੱਗੇ, ਮਨ ਤੇ ਚੋਟ ਲੱਗੇ, ਉਦੋਂ ਫਿਰ ਜੀਵਨ ਦੀ ਦਿਸ਼ਾ ਬਦਲ ਜਾਂਦੀ ਹੈ, ਜੀਵਨ ਅੰਦਰ ਮੋੜ ਲੈ ਕੇ ਆ ਜਾਂਦੀ ਹੈ। ਅਰਜ਼ ਕੀਤੀ ਭਗਤ ਕਬੀਰ ਦੇ ਆਪਾਂ ਅੱਜ ਕੁਝ ਸ਼ਲੋਕ ਬਾਟਣੇ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਜ਼ਿਕਰ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ, ਗੁਰੂ ਦੇ ਕੋਲ ਹੈ ਸ਼ਬਦ ਦਾ ਬਾਣ, ਉਹਦੇ ਸ਼ਬਦ ਦਾ ਧਨੁਖ, ਉਹਦੇ ਵਿੱਚ ਗਿਆਨ ਦਾ ਤੀਰ। ਗੁਰੂ ਸ਼ਬਦ ਦੇ ਬਾਣ ਤੇ ਧਨੁਖ ਤੇ ਗਿਆਨ ਦਾ ਤੀਰ ਚੜਾ ਕੇ ਜਦੋਂ ਛੱਡਦਾ ਹੈ, ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਵੇਖਿਆ ਬੜੇ ਵਿੰਨੇ ਗਏ। ਕੁਝ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨਾ ਤੇ ਬਾਣੀ ਨੂੰ ਸਮਝ ਲੈਣਾ, ਇਹ ਦੋਵੇਂ ਪੜ੍ਹ ਕੇ ਵੀ ਬੜਾ ਆਨੰਦ ਆਉਂਦਾ ਹੈ, ਪਰ ਜਦੋਂ ਬੰਦਾ ਸਮਝਣ ਲੱਗ ਪੈਂਦਾ ਹੈ, ਉਹਦੇ ਆਨੰਦ ਵਿੱਚ ਵਾਧਾ ਹੋ ਜਾਂਦਾ ਹੈ। ਉਹ ਫਿਰ ਗੱਲ ਕਰਦਾ ਹੈ, ਉਦੋਂ ਫਿਰ ਕੇਵਲ ਪੜ੍ਹਨਾ ਨਹੀਂ, ਉਦੋਂ ਗੁਣਨਾ, ਵਿਚਾਰਨਾ, ਗੁਰੂ ਨਾਲ ਗੱਲ ਵਾਲੀ ਗੱਲ ਬਣ ਜਾਂਦੀ ਹੈ। ਭਗਤ ਕਬੀਰ ਜੀ ਰਹਿਮਤ ਕਰਦੇ ਨੇ। ਭਗਤ ਕਬੀਰ ਕਹਿੰਦੇ ਨੇ, ਵੇਖੋ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ। ਪਹਿਲਾ ਭਗਤ ਕਬੀਰ ਦਾ ਸ਼ਲੋਕ ਹੁੰਦਾ, ਉਹਦੇ ਵਿੱਚ ਕਹਿੰਦੇ ਨੇ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ। ਸ਼ਬਦਾਵਲੀ ਵੇਖੋ, ਭਗਤ ਕਬੀਰ ਨੇ ਪਹਿਲਾਂ ਜ਼ਿਕਰ ਕੀਤਾ, ਗੁਰੂ ਨੇ ਤੀਰ ਚਲਾਇਆ, ਤੀਰ ਵੱਜ ਗਿਆ, ਉਸ ਵੱਜੇ ਹੋਏ ਤੀਰ ਦੇ ਨਾਲ ਭੋਏ ਗਿਰ ਪਰਿਆ। ਹੁਣ ਇੱਕ ਦੋ ਫਰਕ ਹੈ, ਪਰਿਆ ਕਰੇ ਜੇ ਸ਼ੇਕ। ਮੇਰੇ ਮਨ ਦੇ ਵਿੱਚ ਜਿਹੜਾ ਜਦੋਂ ਗੁਰੂ ਦੇ ਚਲਾਏ ਹੋਏ ਤੀਰ ਨੇ ਅਸਰ ਕੀਤਾ, ਤੀਰ ਜਿਸਨੂੰ ਗੁਰਬਾਣੀ ਕਹਿੰਦੀ ਹੈ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸਨੂੰ ਗੁਰੂ ਦੀ ਬਾਣੀ ਕਹਿੰਦੀ ਹੈ, ਅੰਤਰ ਪਿਆਸ ਉਠੀ ਪ੍ਰਭ ਕੇਰੀ। ਇਹ ਸਾਡਾ ਅੱਗੇ ਸੰਬੰਧ ਬਣੇਗਾ ਵਿਚਾਰ ਦੇ ਦੌਰਾਨ। ਗੁਰ ਸੁੰਦਰ ਮੋਹਨ ਪਾਏ ਘਰੇ, ਹਰ ਪ੍ਰੇਮ ਬਾਣੀ ਮਨ ਮਾਰਿਆ। ਗੁਰੂ ਨੇ ਪ੍ਰੇਮ ਦਾ ਤੀਰ ਚਲਾ ਕੇ ਮਨ ਨੂੰ ਵਿੰਨ ਕੇ ਰੱਖ ਦਿੱਤਾ, ਤੇ ਜਦੋਂ ਮਨ ਵਿੱਚ ਵੱਜਾ, ਉਦੋਂ ਲੱਗਿਆ ਹੋਇਆ ਹੰਕਾਰ ਥੱਲੇ ਢਹਿ ਪਿਆ। ਇੱਕ ਗੱਲ ਵੇਖਿਓ, ਇੱਥੇ ਜ਼ਿਕਰ ਕੀਤਾ ਲਾਗਤ ਹੀ ਭੋਏ ਗਿਰ ਪਰਿਆ, ਥੱਲੇ ਡਿੱਗ ਪਿਆ, ਲੇਕਿਨ ਅਗਲੇ ਸ਼ਲੋਕ ਵਿੱਚ ਕੀ ਜ਼ਿਕਰ ਕੀਤਾ? ਹੋਰ ਸਾਨੂੰ ਅੱਗੇ ਲੈ ਕੇ ਭਗਤ ਕਬੀਰ ਜੀ ਕਹਿੰਦੇ ਨੇ, ਕੇਵਲ ਡਿੱਗਿਆ ਹੀ ਨਹੀਂ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ, ਲਾਗਤ ਹੀ ਭੋਏ ਮਿਲ ਗਿਆ। ਦੋ ਵੀ ਸ਼ਬਦਾਵਲੀ ਵੇਖਿਓ, ਇੱਕ ਹੈ ਭੋਏ ਗਿਰ ਪਰਿਆ, ਇੱਕ ਹੈ ਭੋਏ ਮਿਲ ਗਿਆ। ਹੁਣ ਜ਼ਮੀਨ ਤੇ ਡਿੱਗੇ ਹੋਏ ਵਿੱਚ ਤੇ ਜ਼ਮੀਨ ਮਿਲੇ ਵਿੱਚ ਬੜਾ ਫਰਕ ਹੈ। ਜਿਹੜਾ ਜ਼ਮੀਨ ਤੇ ਡਿੱਗਾ ਉਹ ਤੇ ਉੱਤੇ ਹੀ ਹੈ ਨਾ, ਉਹ ਦਿਖਦਾ ਪਿਆ ਵੀ ਕੌਣ ਡਿੱਗਾ, ਉਹਦੀ ਹੋਂਦ ਹੈ, ਫਲਾਣਾ ਬੰਦਾ ਡਿੱਗਾ ਸੀ ਕਹਿ ਸਕਦੇ ਹਾਂ, ਉਹ ਡਿੱਗਿਆ ਪਿਆ। ਜਿਹੜਾ ਜ਼ਮੀਨ ਦੇ ਵਿੱਚ ਮਿਲ ਗਿਆ, ਉਹਨੂੰ ਕੌਣ ਕਹਿ ਸਕਦਾ ਵੀ ਕੌਣ? ਜ਼ਮੀਨ ਵਿੱਚ ਮਿਲ ਜਾਣਾ ਹੋਰ ਗੱਲ ਹੈ, ਜ਼ਮੀਨ ਤੇ ਡਿੱਗ ਪੈਣਾ ਹੋਰ ਗੱਲ ਹੈ। ਜਿਹੜਾ ਬੀਜ ਕੇਵਲ ਜ਼ਮੀਨ ਤੇ ਡਿੱਗੇ ਬਾਰ-ਬਾਰ ਰਹਿ ਗਿਆ, ਉਹ ਕਦੀ ਦਰਖਤ ਨਹੀਂ ਬਣ ਸਕਦਾ। ਜਿਹੜਾ ਜ਼ਮੀਨ ਦੇ ਵਿੱਚ ਮਿਲ ਗਿਆ, ਜਿਸਨੇ ਆਪਣੀ ਹੋਂਦ ਖਤਮ ਕਰ ਦਿੱਤੀ, ਤੇ ਜ਼ਮੀਨ ਦੇ ਵਿੱਚ ਮਿਲੇ ਹੋਏ ਨੂੰ ਉਹ ਜ਼ਮੀਨ ਬੂਟਾ ਬਣਾ ਕੇ ਬਾਹਰ ਕੱਢ ਦਿੰਦੀ ਹੈ। ਸੋ ਜ਼ਮੀਨ ਪਹਿਲਾਂ ਕਿਹਾ ਨੇ, ਗੁਰੂ ਨੇ ਬਾਣ ਚਲਾਇਆ, ਤੀਰ ਚਲਾਇਆ, ਥੱਲੇ ਡਿੱਗ ਪਿਆ। ਫਿਰ ਹੋਰ ਸਪਸ਼ਟ ਕਰ ਦਿੱਤੀ, ਤੀਰ ਚੱਲਿਆ ਕਿਹੜਾ? ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਇਆ ਏਕ। ਸ਼ਬਦ ਦੀ ਚੋਟ, ਸ਼ਬਦ ਦੇ ਬਾਣ ਦੇ ਨਾਲ ਜਦੋਂ ਮੇਰੇ ਅੰਦਰ ਵੱਜੀ ਆ ਕੇ, ਹੰਕਾਰ ਖਤਮ ਹੋ ਗਿਆ, ਸੁਰਤ ਰੱਬ ਦੇ ਨਾਲ ਮਿਲ ਗਈ, ਜ਼ਮੀਨ ਤੇ ਡਿੱਗਾ ਨਹੀਂ, ਹੁਣ ਜ਼ਮੀਨ ਦੇ ਵਿੱਚ ਮਿਲ ਗਿਆ, ਬਿਲਕੁਲ ਆਪਣੀ ਹੋਂਦ ਖਤਮ ਹੋ ਗਈ। ਇਸ ਨੂੰ ਗੁਰਬਾਣੀ ਨੇ ਕਿਹਾ, ਗੁਰ ਸੁੰਦਰ ਮੋਹਨ, ਗੁਰ ਮੋਹਨ ਸੁੰਦਰ, ਸੁੰਦਰ ਮੋਹਨ ਪਾਏ ਕਰੇ, ਹਰ ਪ੍ਰੇਮ ਬਾਣੀ ਮਨ ਮਾਲਿਆ। ਮੇਰੇ ਮਨ ਤਨ ਸੁਧ ਬੁੱਧ ਬਿਸਰ ਗਈ, ਮੇਰੀ ਅਕਲ ਚਲੀ ਗਈ, ਮੇਰੀ ਹੋਵੇਂ ਚਲੀ ਗਈ। ਹੁਣ ਮੈਂ ਨਾ ਹੀ ਕਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਆਪਣੀ ਹੋਵੇਂ ਬਿਲਕੁਲ ਖਤਮ ਹੋ ਗਈ, ਹੋਂਦ ਨੂੰ ਮਿਟਾ ਦਿੱਤਾ। ਸ਼ਬਦ ਦੀ ਚੋਟ ਨੇ ਇਹ ਅਸਰ ਕੀਤਾ। ਅੱਗੇ ਅੱਜ ਭਗਤ ਕਬੀਰ ਜੀ ਨੇ ਰਹਿਮਤ ਕੀਤੀ ਹੈ, ਕਬੀਰ ਲਾਗੀ ਚੋਟ ਮਰਮ ਕੀ ਰਹਿਓ ਕਬੀਰਾ ਠੋਰ। ਗੁਰੂ ਦੇ ਚਲਾਏ ਹੋਏ ਬਾਣ ਤੇ ਚਲਾਏ ਹੋਏ ਤੀਰ, ਉਹਨਾਂ ਵਿੱਚ ਇੱਕ ਫਰਕ ਹੈ। ਗੁਰੂ ਦਾ ਆਮ ਚੋਟ ਲੱਗੇ ਬੰਦਾ ਤੜਪਦਾ, ਬੰਦੇ ਦੀ ਭਟਕਣਾ ਵੱਧ ਜਾਂਦੀ ਹੈ। ਜਦੋਂ ਗੁਰੂ ਚੋਟ ਮਾਰਦਾ ਹੈ,
ਉਦੋਂ ਮਨ ਟਿਕ ਜਾਂਦਾ, ਇਹਦੀ ਭਟਕਣਾ ਮੁੱਕ ਜਾਂਦੀ ਹੈ। ਬੜਾ ਸੋਹਣਾ ਜ਼ਿਕਰ ਕੀਤਾ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ। ਉਹ ਕਹਿੰਦੇ ਨੇ ਵੀ ਮਿਲਾਪ ਦੇ ਲਈ ਦੋ ਚੀਜ਼ਾਂ, ਬੰਦਾ ਕਿਸੇ ਨੂੰ ਮਿਲਣਾ ਹੋਵੇ ਨਾ, ਉਹਦੇ ਲਈ ਦੋ ਚੀਜ਼ਾਂ ਵਰਤੀਆਂ ਜਾਂਦੀਆਂ ਨੇ। ਇੱਕ, ਜਿਹਨੂੰ ਮਿਲਣਾ ਉਹਦੀ ਬੰਦਾ ਭਾਲ ਕਰਦਾ, ਉਹਦੀ ਢੂੰਡ ਕਰਦਾ। ਇੱਕ ਉਹ ਹੈ ਜਿਹਨੇ ਮਿਲਣਾ, ਉਹ ਢੂੰਡ ਨਹੀਂ ਕਰਦਾ ਪਿਆ, ਉਹ ਘਰ ਵਿੱਚ ਟਿਕਿਆ ਹੋਇਆ, ਉਹ ਬੈਠਿਆ ਹੋਇਆ। ਹੁਣ ਮਿਲਣਾ ਉਹਨੇ ਵੀ ਹੈ ਜਿਹਨੇ ਭਾਲ ਕਰਨੀ ਹੈ, ਮਿਲਣਾ ਉਹਨੇ ਵੀ ਹੈ ਜਿਹਨੇ ਬਹਿ ਕੇ ਉਡੀਕਣਾ। ਦੋਹਾਂ ਵਿੱਚ ਫਰਕ ਕੀ ਹੈ? ਫਰਕ ਇਹ ਹੈ, ਜਿਹਨੇ ਭਾਲ ਕਰਨੀ ਹੈ, ਢੂੰਡਣ ਜਾਣਾ, ਲੱਭਣ ਜਾਣਾ, ਉਹਨੂੰ ਘਰੋਂ ਬਾਹਰ ਨਿਕਲਣਾ ਪੈਣਾ, ਉਹਦੀ ਭਟਕਣਾ ਸ਼ੁਰੂ ਹੋ ਜਾਣੀ। ਜਿਵੇਂ ਘਰ ਤੋਂ ਬਾਹਰ ਨਿਕਲਣਾ, ਉਹਦੀ ਭਟਕਣਾ ਵੱਧ ਜਾਣੀ ਹੈ। ਤੇ ਦੋ ਗੱਲਾਂ ਇੱਥੇ ਹੋ ਗਈਆਂ, ਇੱਕ ਤੇ ਉਹਨੂੰ ਤੁਰਨਾ ਪਿਆ, ਭਟਕਣਾ ਪਿਆ, ਬਾਹਰ ਫਿਰਿਆ, ਸਮਾਂ ਗਵਾਇਆ, ਥਕੇਵਾਂ ਉਹਦੇ ਗੱਲ ਪਿਆ, ਭੁੱਖ, ਖਾਣ ਨੂੰ ਵੀ ਕੁਝ ਨਹੀਂ ਮਿਲਿਆ, ਬੈਠਣ ਨੂੰ ਨਹੀਂ ਮਿਲਿਆ, ਉਹ ਲੱਭਦਾ ਪਿਆ, ਲੇਕਿਨ ਉਹਦੀ ਭਟਕਣਾ ਵੱਧ ਗਈ ਹੈ। ਦੂਸਰੀ ਗੱਲ ਸੀ, ਜਦੋਂ ਘਰੋਂ ਬਾਹਰ ਨਿਕਲ ਗਿਆ ਸੀ ਤੇ ਘਰ ਦੀ ਵੀ ਸਫਾਈ ਨਾ ਹੋਈ, ਘਰ ਵੀ ਮੈਲਾ ਹੋ ਗਿਆ, ਘਰ ਦੇ ਵਿੱਚ ਵੀ ਧੂੜ ਮਿੱਟੀ ਘੱਟਾ ਪੈਦਾ ਹੋ ਗਈ, ਘਰੋਂ ਬਾਹਰ ਨਿਕਲ ਗਿਆ। ਪਰ ਦੂਸਰਾ ਉਹ ਸੀ ਜਿਹੜਾ ਲੱਭਣ ਨਹੀਂ ਗਿਆ, ਉਹ ਘਰ ਦੇ ਵਿੱਚ ਟਿਕ ਗਿਆ। ਕਿਉਂਕਿ ਮਿਲਣਾ ਉਹਨੇ ਵੀ ਹੈ ਜਿਹਨੇ ਉਡੀਕ ਕਰਨੀ ਹੈ, ਤੇ ਮਿਲਣਾ ਉਹਨੇ ਵੀ ਹੈ ਜਿਹਨੇ ਲੱਭਣ ਜਾਣਾ ਹੈ। ਉਡੀਕ ਲੱਭਣ ਵਾਲਾ ਕਹਿੰਦਾ ਮੈਂ ਲੱਭ ਸਕਦਾ, ਉਡੀਕ ਕਰਨ ਵਾਲਾ ਕਹਿੰਦਾ ਮੈਂ ਲੱਭ ਨਹੀਂ ਸਕਦਾ, ਮੈਂ ਉਡੀਕ ਕਰ ਸਕਦਾ, ਜਦੋਂ ਤੇਰਾ ਮਨ ਕਰਿਆ ਤੂੰ ਮੈਨੂੰ ਮਿਲ ਪਵੀਂ ਆ ਕੇ। ਇੱਕ ਦੀ ਉਡੀਕ ਕਰਨ ਵਾਲਾ ਆਪਣੀ ਹੋਮੈ ਖਤਮ ਕਰ ਬੈਠਾ, ਲੱਭਣ ਵਾਲਾ ਆਪਣੇ ਈਗੋ ਵਿੱਚ ਕਿ ਮੈਂ ਲੱਭ ਸਕਦਾ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਵਾਜ਼ ਮਾਰੀ ਸੀ, ਭਲਿਓ ਕਿੱਥੇ ਲੱਭਣ ਜਾਂਦੇ ਹੋ, ਕਾਹੇ ਰੇਬਨ ਖੋਜਣ ਜਾਈ। ਤੁਸੀਂ ਲੱਭ ਸਕਦੇ ਹੋ? ਨਹੀਂ ਲੱਭਿਆ ਜਾ ਸਕਦਾ, ਕਿਉਂਕਿ ਉਹਨੂੰ ਲੱਭਣਾ ਕੋਈ ਜੰਗਲਾਂ ਵਿੱਚ ਨਹੀਂ, ਘਰ ਵਿੱਚ ਟਿਕ ਕੇ ਬੈਠ ਜਾਓ। ਜਿਸਨੂੰ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਟਿਕ ਤੇ ਸਹੀ, ਉਹਨੂੰ ਅਹਿਸਾਸ ਤੇ ਕਰ। ਤਾਂ ਇੱਥੇ ਗੁਰਬਾਣੀ ਨੇ ਰਹਿਮਤ ਕੀਤੀ, ਕਹਿਣ ਲੱਗੇ ਜਦੋਂ ਗੁਰੂ ਨੇ ਚੋਟ ਮਾਰੀ ਸ਼ਬਦ ਦੀ ਤੇ ਮਨ ਭਟਕਣਾ ਖਤਮ ਹੋ ਗਈ। ਮਨ ਰਹਿਓ ਕਬੀਰਾ ਠੌਰ, ਹੁਣ ਇੱਕ ਥਾਂ ਤੇ ਟਿਕ ਗਏ ਆ, ਸਹਿਜ ਅਵਸਥਾ ਵਿੱਚ ਆ ਗਏ ਆ, ਜਿਸਨੂੰ ਗੁਰਬਾਣੀ ਕਹਿੰਦੀ ਹੈ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੈ ਉਸਾਸਾ। ਟਿਕ ਗਈ ਹੈ ਉਸਾਸਾ, ਠੰਡੇ ਸਾਹ ਲੈ ਲੈ ਕੇ ਉਡੀਕ ਕਰਦੀ ਪਈਆਂ ਵੀ ਕਦੋਂ ਮਿਲੇਗਾ ਆ ਕੇ। ਅੱਜ ਦੇ ਸ਼ਲੋਕ ਵਿੱਚ ਭਗਤ ਕਬੀਰ ਜੀ ਕਹਿੰਦੇ ਨੇ, ਗੁਰੂ ਦੀ ਚੋਟ, ਗੁਰੂ ਦੇ ਚਲਾਏ ਹੋਏ ਤੀਰ ਦਾ ਵੱਜਿਆ ਹੋਇਆ ਨਿਸ਼ਾਨਾ, ਤੇ ਜਿਹੜੇ ਪਾਸੇ ਰੁਖ ਕਰਕੇ ਗੁਰੂ ਨੇ ਤੀਰ ਛੱਡਿਆ, ਉਹ ਤੀਰ ਵੱਜਣ ਦੇ ਨਾਲ ਹੀ ਜੀਵਨ ਵਿੱਚ ਤਬਦੀਲੀ ਆ ਗਈ। ਪਰ ਗੁਰੂ ਦੇ ਸ਼ਬਦ ਦੇ ਚਲਾਏ ਹੋਏ ਬਾਣ ਵਿੱਚ ਬੜਾ ਸੁਖ ਸੀ। ਸੁਖ ਕਿਉਂ ਸੀ? ਇਹਨੂੰ ਕਿਹਾ ਭਗਤ ਕਬੀਰ ਜੀ ਨੇ, ਚੋਟ ਸੁਹੇਲੀ ਸੇਲ ਕੀ। ਸੇਲਾ ਜਿਹੜਾ ਸ਼ਬਦ ਹੈ ਨਾ ਜੀ, ਉਹ ਬਰੀਕ ਹੁੰਦਾ ਹੈ ਤੇ ਪਤਲਾ ਹੁੰਦਾ ਹੈ, ਲੈਂਸ ਉਹਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਆ। ਉਹਦੀ ਚੁੰਝ ਬੜੀ ਲੰਬੀ ਹੁੰਦੀ ਹੈ, ਔਰ ਅਕਸਰ ਪਿੰਡਾਂ ਵਿੱਚ ਵਰਤਿਆ ਜਾਂਦਾ ਸੀ। ਕਿਸੇ ਚੀਜ਼ ਨੂੰ ਜੇ ਮਾਰਨਾ, ਬਿੰਨਣਾ, ਤੇ ਉਹਦੇ ਲਈ ਫਿਰ ਉਹ ਸੇਲਾ ਸ਼ਬਦ ਕਹਿੰਦੇ ਸਨ ਵੀ ਸੇਲਾ ਲੈ ਕੇ ਆਓ। ਵਰਸ਼ਾ ਚੌੜਾ ਹੁੰਦਾ ਹੈ, ਸੇਲਾ ਜਿਹੜਾ ਉਹ ਪਤਲਾ ਹੁੰਦਾ ਹੈ ਤੇ ਲੰਬਾ ਹੁੰਦਾ ਹੈ। ਉਹਦੀ ਬਰੀਕ ਨੋਕ ਹੁੰਦੀ ਹੈ, ਉਹਦੀ ਲੰਬਾਈ ਬੜੀ ਹੁੰਦੀ ਹੈ, ਜਿੱਥੇ ਮਾਰੋ ਉਹਦੇ ਅੰਦਰ ਖੁੱਭ ਜਾਂਦਾ, ਬਿੰਨ ਕੇ ਰੱਖ ਦਿੰਦਾ। ਭਗਤ ਕਬੀਰ ਜੀ ਕਹਿੰਦੇ ਨੇ, ਆਹ ਜਿਹੜੀ ਸ਼ਬਦ ਦੀ ਸੇਲ ਵੱਜੀ ਹੈ ਨਾ ਜੀ, ਇਹ ਬੜੀ ਸੁੱਖ ਦੇਣ ਵਾਲੀ ਹੈ। ਇਹਦੇ ਨਾਲ ਕੀ ਹੈ? ਇਹਦੇ ਨਾਲ ਲਾਗਤ ਲੈ ਉਸਾਸ, ਮੈਂ ਉਡੀਕ ਦੇ ਵਿੱਚ ਆ ਗਿਆ, ਰੱਬੀ ਮਿਲਾਪ ਦੀ ਤਾਂਘ ਪੈਦਾ ਹੋ ਗਈ ਏ ਤੇ ਮੈਂ ਠੰਡੇ ਸਾਹ ਲੈ ਰਿਹਾ। ਸਤਿਗੁਰੂ ਦੀ ਗੁਰਬਾਣੀ ਕਹਿੰਦੀ ਹੈ ਬਈ ਗੁਰੂ ਦੇ ਸ਼ਬਦ ਦਾ ਤੀਰ ਜੀਵਨ ਵਿੱਚ ਤਬਦੀਲੀ ਕਰ ਦਿੰਦਾ ਹੈ, ਬੰਦਾ ਠੰਡੇ ਸਾਹ ਲੈਣ ਲੱਗ ਪੈਂਦਾ। ਉਸਾਸਾ, ਉਸਾਸਾ ਦਾ ਮਤਲਬ ਹੁੰਦਾ ਜਿਹੜਾ ਬੰਦਾ ਟਿਕ ਗਿਆ ਹੈ, ਦੌੜ ਭੱਜ ਖਤਮ ਹੋ ਗਈ ਹੈ। ਆਸ ਜਿਹੜੀ ਹੈ ਉਹ ਬੰਦੇ ਨੂੰ ਟਿਕਾ ਦਿੰਦੀ ਹੈ, ਜਿਹੜੀ ਢੂੰਡ ਹੈ ਉਹ ਬੰਦੇ ਨੂੰ ਲੱਭਣਾ ਸ਼ੁਰੂ ਕਰ ਦਿੰਦੀ ਹੈ, ਬੰਦੇ ਦੇ ਜੀਵਨ ਤੇ ਭਟਕਣਾ ਖਤਮ ਹੋ ਜਾਂਦੀ ਹੈ। ਇੱਥੇ ਕਹਿ ਲਗੇ ਉਸਾਸਾ, ਹੁਣ ਮੈਂ ਆਸ ਰੱਖ ਕੇ ਬੈਠ ਗਿਆ, ਟਿਕ ਕੇ ਬੈਠ ਗਿਆ ਕਿ
रब्बी मिलाप की तांग पैदा हो गई है। उस तांग दे विचों एक ऐसी अवस्था आई है जिसनों टिका की अवस्था कहने आ, जिसनों गुरबाणी कहती है पंथ निहारै कामनी लोचन भरी ले उसासा उर ना भिजै पग ना खिसै हर दर्शन की आसा। मंदिर चढ़ के पंथ निहारूं उच्ची अवस्था विच चढ़ के मैं राह पई तकदियां भी हुण रब जी आके मैनू मिल पैण। इस शब्द की चोट नाल गुरु नानक साहब जी जदों तुहां इस शब्द के तीर चलाए तुहाडे छड्डे हुए धनख विचों शब्दां दे तीर जिन्हां दे तीरां नूं वेंदियां सार बंदे दे जीवन विच तब्दीली आ जांदी सी। डिगे हुए खलो गए, जिहड़े ठग सन वो सज्जन बन गए, लुटण वाले वो देण वाले बन गए, खोण वाले जिहड़े सन वो वंडण वाले हो गए, जिहड़े वितकरे पाउण वाले सन दूरियां बनाउण वाले सन वो नेड़े लैके आउण वाले बन गए। पर की कारण है? इत्थे दो पक्ष वेखीए। गुरु दे शब्द दा तीर जीवन विन देंदा है, पर जदों अज तीरां दी कमी नहीं, अज तीर बड़े चलदे पए ने। अज बड़े कीर्तन, बड़ियां रहन सभाइयां, बड़े समागम, अज तीर निरंतर चलदे पए ने। पर जदों तीर निशाने ते ना ना वजे उदों वेखना यह होएगा बई कि अज जदों तीर निशाने ते नहीं वजदा, इहदे विच मतलब है कि जिहड़ा तीर चला रहा है या तो उहदियां भुजावां विच बल कोई नहीं ते या उहनूं निशाने की सूझ कोई नहीं। तीर जदों निशाने ते वजदा उदों बाहां विच बल चाहीदा है ते निशाना पता होना चाहिए भी तीर मारना कित्थे है। अज बड़े तीर पाठां दियां लड़ियां निरंतर चलदियां पईयां ने, बड़े धार्मिक समागम हो रहे ने, इन्ने तीर चलते पे ने, पर निशाने ते क्यों नहीं वजदे पे? मेरे वर्गे अज बड़े ने जिहड़े तीर छड़ रहे ने। यह दो चीजां, जां ते तीर चलाउण वालियां दे बुझावां विच बल कोई नहीं ते या फिर निशाने की समझ कोई नहीं। यह निशाना एक होवे। एक बड़ी इतिहासक साखी है सानू मिलदी है भी पूछया गुरु ने जिन्हें ट्रेंड किया सी सारे नूं खड़ा रख के भी तुहानूं की दिखाई दे रहा है। उन्हें एक चक्कर चलाता, उस चलते हुए चक्कर दे विचों मच्छी की अख विच तीर मारना सी। कोई कहंदा है मैनूं मच्छी दिखाई देंदी है, कोई कहता है मैनू सभा दिखाई दे रही है, कोई कहता है मैनू कुछ चीज दिखाई दे रही है। बारी आई अर्जुन दी, ओनू गुरु ने पूछा भी तेनू की दिखाई दे रहा है? वो कहता है मैनू कुछ नहीं दिखाई दे रहा, मैनू मच्छी की अख दिखाई दे रही है, बस मैनू केवल निशाना दिख रहा है। निशाना एक होवे। गुरबाणी ने क्या भलिया तेरा निशाना एक कोई नहीं। साडा निशाना साडी एक बाणी नहीं, साडा एक नितनेम नहीं, ईवन गुरु भी साडे अज एक नहीं रहन देते। गुरबाणी कहती सी इक्का बाणी एक गुर इको शब्द विचार। बाणी गुरु, गुरु है बाणी। बाणी कहती सी साहेब मेरा एको है भाई एको है। अज साडे निशाने एक कोई नहीं रह गए। भगत कबीर वर्गे सूरमियां दा निशाना एक सी, उन्हां दे कोल भरोसे दा बल सी ते सूझ दा निशाना सी, ज्ञान दा निशाना सी भी केड़े पासे रुख करके तीर छड़ना है। ते ना ते कदी कबीर दा छड्या होया तीर जाई गया, ना बाबे नानक दे छड्डे हुए तीर जाई गए। जड़े पासे रुख करके गुरु नानक साहब ने तीर छड़ दिता, वो सीधे निशानियां ते वजे ते बिन्ने गए। अज देखना पड़ेगा भी किथे कमी है। असी निशाने एक बनाइए, टारगेट एक करिए, बल साडे विच होवे भरोसे दा बल। अज बाणी ते भरोसा कोई नहीं। गुरबाणी ने ना वड्डा फैसला कर जाके हृदय विश्वास प्रभ आया, सत ज्ञान तिस मन प्रगटाया। अज भरोसे की घाट है ते ज्ञान की सूझ कोई नहीं।
किवें तीर चलाने ने, किवें प्रबंध करना है, किवें दा माहौल बनाया जाए कि विन्ने जाइए। भगत कबीर जी कहते ने भलियो, एक श्लोक बड़ा प्यारा भगत कबीर जी का, शब्द की चोट सहारनी कोई सौखी गल नहीं। अज किसे नाल जड़ा बंदा हंकार की ढाल लैके बैठा है, भगत कबीर जी कहते ने मता सोचियो, गुरु निशाना भी सेध के तीर छड्डे। कई बार ऐदा हुंदा है जदों तीर वजन ते आउंदा है, सामने वाला बंदा ही उठ के तुर जाता है। गुरबाणी कहती है कबीर साचा सतगुर क्या करे, जो सिखा में चूक। गुरु विच चूक नहीं, गुरु का निशाना पक्का है, पर जिथे मारना है वही चीज हट जाए। अंधे एक ना ला गई जो बांस बजाए फूक। जिहड़ा बांस अंदरों खोखला है, अंदरों खाली होया पिया, कदी भी उहदे विचों असीं नहीं कह सकते ये संगीत पैदा कर सकदा है। हुंदी खाली बांसुरी भी अंदरों बिल्कुल खाली है, पर ओनू किसे तराशण वाले ने तराश दिता हुंदा है, ओहदे अंदरों घड़िया हुंदा है। बाहरों वेखण सानू बिल्कुल खोखली लगदी है, पर ओहदे अंदरों ओ तराशी हुंदी है, ओहदी अंदरों बनावट बनी हुंदी है। जदों बांस अंदरों तराशिया जाता है, अंदरों नू बना दिता जाए, फिर ओहदे विचों सुर पैदा होंदे। भगत कबीर जी कहते ने मैनू जदों सतगुर ने चोट मारी, आपां भगत कबीर की गल उथों तक ना सीमित रहिए। गुरु साहब सानू बाणी विच सुचेत करते ने, मना वेख जाके तू गुरु दे शब्द की चोट सहार लै, जे तू गुरु दे शब्द की चोट ना सहारी फिर। असीं बड़ी बार गुरु अमरदास साहब के बचन पढ़ते हैं, सो सिख सखा बंदत है भाई, जे गुर के भाड़े विच आवे। इन्ना को फर्क है, गुरु दे शब्द की चोट बंदे नू रब्बी भाणे विच लैके आ जाती है, पर जदों बंदा गुरु दे शब्द की चोट नहीं खा के अपने भाणे विच चलदा है, ओनू फिर विकारां दीयां चोटां खाणियां पैंदियां ने। पहला दे शब्द की चोट खा लवे, मना तू रब्बी भाणे विच आ जाएगा, जे तू अपने भाणे विच चलेगा तेन विकारां की चोट खानी पैनी है। गुरु अमरदास साहब का फैसला है, सो सिख सखा बंदत है भाई, जे गुर के भाणे विच आवे, अपने भाणे जो चले पाई विछड़ चोटां खावे। एक परिवार बड़ा सजदा पुजदा परिवार है, बड़ा रजिया पुजिया परिवार है, घर विच किसी गल की कमी नहीं। 3 पुत्र पहला ने एक फेर पैदा होया, ਉਹ ਦੂਜੇ ਪੁੱਤਰਾਂ ਵਾਂਗ ਇਹਨੂੰ भी बड़ा प्यार मिलिया, लाड मिलिया, घर ਦੀਆਂ पूरियां जिम्मेवारियां। घर दे विच माहौल इवें दा, उस माहौल दे विच विचरदियां करीब जिंदगी दे 40-42 साल लंघ गए। मन विच ख्याल आया भी क्यों ना लोकी धर्म कमाउण जांदे ने, मैं भी थोड़ा धर्म कमा लवां। धर्म कमाउण दी चाह रख के तीर्थ यात्रा शुरू की। तीर्थ यात्रा जांदियां भी लगभग 20-21-22 साल हो गए। जदों 21-22 साल हो गए तीर्थ ते जांदियां, अज एक चोट वजी। चोट ये लगी बई तेरा गुरु कौन। इस शब्दां ने मन ते चोट मारी, चोट ऐसी मारी भी उसनू ओनू कुछ ना कह सके, बस एक अंदर एक तांग पैदा हो गई, तड़प पैदा हो गई। एक बंदे दे लवल दी चोट वजी सी, उन्हें तांग पैदा कर दी, कुछ कह ना सके। पर एक दिन सवेरे सवेरे बाबे नानक दे शब्दां दी चोट फिर लग गई। यो मानो भी वो केवल चोट ना लगी, उस चोट ने, उस बाण ने, उस तीर ने, उस शब्द की सट ने पहली लगी हुई सट ते मलम लाउण दा काम कीता। हुण जिहड़ा दूसरी वारी चोट मारी सी, वो ते अपने घर दा ही बंदा सी। ओहदे कोल जाके खड़े हो गए, हाथ जोड़ बेनती की भाई आ जिहड़ी सट वजी है ना, इन्हें मैनू टिका दिता है, इस चोट ने मेरी भटकना खत्म कर दी है, इस चोट ने मेरे अंदर एक बिरहा पैदा कर दिता है। ते कितना चंगा होवे तुसी मैनू उन्हां कोल लै जाओ जिन्हां दे शब्दां दे बाण ने। बाबा अमरदास जी की गल पिया कर रहे हैं। गुरु अमरदास साहब गुरु अंगद देव पातशाह दे कोल आए, जीवन रुख बदल गया। तीर्थां ते जाण वालियां नूं शब्द की चोट दे नाल गुरु की सेवा विच लग गए।
अपने भाने चलण वाले गुरु दे भाने विच चलण लग पे। जदों गुरु दे भाने विच चले ते गुरु बन गए, अमर तो अमर हो गए, टहल तो महल तक पहुंच गए, गागर चुक के संसार विच उजागर हो गए, सेवे तो ज्ञान का मेवा प्राप्त कर लिया। ये शब्द की बरकत सी, शब्द की चोट सी, जिसने जीवन दे विच एक तब्दीली लैके आंदी। भगत कबीर जी कहते ने, मना शब्द की चोट सहार ले, देख ये शब्द तेरे जीवन को बदल के रख देगा। ये धुरकी बाणी है, ये उच्ची सुची बाणी है। ते जदों बंदा इस बाणी नाल सांझ पाउंदा है, शब्द दे नाल सांझ पाउंदा है, जिन्ना उच्चा शब्द है सुरत नूं ओना उच्चा चुक देंदा है। तब्दीली मन करके हो जाती है। जदों भी शब्द बदलते ने जी, वो शब्द अंदरों बंदे नूं बदल के रख देंदे ने। शब्द जीवन विच अनोखी तब्दीली लैके आ जाते हैं। शब्द की चोट, भगत कबीर जी कहते ने, चोट सुहेली सेल की लागत ले उसास। इनू सुहेली क्या, दुखदाई नहीं क्या, इनू सुहेली क्या है। सुहेली क्यों भी इस चोट के विचों एक तांग पैदा हुई है। तांग ते शब्द की चोट वजन नाल है जी। फिर अगे कितनी प्यारी गल कही है, जड़ा शब्द की चोट सहार लवे सौखी नहीं। गुरमत सुन लेना वखरी गल है, गुरमत नू अपलाई कर लेना एक शिखर है, अगे मंजिल है। जदों वो जीवन विच आ जाए, कई बार तो इउं भी हुंदा है, जदों गुरमत की किसी नाल गल कीती जावे, जदों चोट नहीं सहारी जाती, उदों फिर बंदा तड़पदा है, नहीं बर्दाश्त हुंदी है, मरजीवड़ा होना पैंदा शब्द की चोट सहारन वाले। ताई क्या सी, जो तो प्रेम खेलन का चाहो, सिर धर तली गली मेरी आओ, इत मार्ग पैर धरीजै सिर दीजै कान ना कीजै, गुरमत मार्ग चलना छड़ सज्जै खब्बै। उदों फिर इधर उधर ना झात मारी, इधर उधर जान दा। ताई तो सतगुरु ने गुरबाणी च क्या कि ना, हर पक्ष फैसला गुरबाणी च। कई बार इउं भी हुंदा है, जदों बंदा सुरत करके नहीं बदलाव लैके आना चाहता, वो कहते ने भी वो अगे होके भी बैठ सकता है, बड़ा नेड़े। पर जदों गुरु किते अपने शब्द की चोट मार लगता है, तो गुरबाणी कहती अपने आप को लुका लेंदे ने। उदों फिर अपने आप को लुका के गुरु के शब्द की चोट तो, गुरु के शब्द के निशाने तो पासे होना चाहते ने। क्योंकि पता, जे गुरु का शब्द टिकाने ते बज गया, साडी अकल साडी होमे खत्म हो जानी है। भगत कबीर ने फैसला दिता, चोट सहारे शब्द की, दास गुरु मैं दास। मैं ओदे अगे निमरता नाल झुकण नूं तैयार हां। मैं ओदे अगे अपना आप सरेंडर कर देना, जड़े शब्द की चोट सहार लैन। ताही तां जिन्हां ने भगत कबीर जी दे शब्द की चोट ना सहारी, उन्होंने कहता ये ते कमला ही है, एवं ही गल्ला मारदा है। जिन्हां ने गुरु नानक साहब की शब्द की चोट ना समझिया, उन्होंने भी कहता ये बौराना हो गया, ये बौरा हो गया, ये मार्ग तो खुद गया। पर जिन्होंने शब्द के तीर वज गए सन, जिन्होंने शब्द का चोटा लग गई सन, वो कहते सन नहीं भलिओ, ये ते गुरु नानक अकाल पुरख का रूप है। ते जिन्हें गुरु नानक साहब के शब्द की चोट नूं सहार लिया, ओदा जीवन बलिहारी गुर अपने दिहाड़ी सदवार, जिन मानस ते देवते की ये करत ना लागी वार। शब्द जदों भी बदलदा है, वो साडी सुरत नूं बदल देंदा है, साडी सोच नूं बदल देंदा है। क्योंकि सुरत ने बदलना है, जीवन बदल जाना है। इस करके सतगुरु की गुरबाणी कहती सी, गुरु दे सन्मुख हो, गुरु दे सन्मुख होके अपना मन गुरु नूं सौंप दे। जदों गुरु दे सामने तू मन कीता, गुरु नूं सरेंडर करेगा, गुरु ने निशाना बन के, ईवन गुरु की बाणी ते कहंदी है कि गुरु ते हर वेले यतन यही कर, यतन है गुरु का कि मैं अपने सिख दे जीवन का या मैं आम बंदे दे जीवन का भी ज्ञान दे तीर चला के शब्द नाल
ਜੀਵਨ ਨੂੰ ਵਿੰਨ ਕੇ ਇਹਨੂੰ ਰੱਬ ਵਾਲੇ ਪਾਸੇ ਲੈ ਕੇ ਆ ਜਾਵਾਂ, ਇਹਦੀ ਦਿਸ਼ਾ ਨੂੰ ਮੈਂ ਬਦਲ ਦਿਆਂ, ਇਹਦੀ ਦਿਸ਼ਾ ਦੀ ਡਾਇਰੈਕਸ਼ਨ ਮੈਂ ਚੇਂਜ ਕਰ ਦਿਆਂ। ਪਰ ਸਤਿਗੁਰ ਦੀ ਗੁਰਬਾਣੀ ਕਹਿੰਦੀ ਹੈ ਇੰਨਾ ਸਮਾਂ ਲੰਘ ਗਿਆ, ਕਦੀ ਵੀ ਉਹ ਸ਼ਬਦ ਦੇ ਤੀਰ ਵੱਜਣ ਦਾ ਅਹਿਸਾਸ ਨਹੀਂ ਹੋਇਆ, ਕਿਉਂਕਿ ਜੇ ਸ਼ਬਦ ਦਾ ਤੀਰ ਵੱਜਦਾ ਤੇ ਤਾਂਘ ਜ਼ਰੂਰ ਪੈਦਾ ਹੋਣੀ ਸੀ। ਉਸ ਪਾਸੇ ਤਾਂਘ ਪੈਦਾ ਨਾ ਹੋਣ ਦਾ ਇੱਕੋ ਕਾਰਨ ਹੈ ਕਿ ਅੱਜ ਮੈਂ ਗੁਰੂ ਨੂੰ ਆਪਣਾ ਆਪ ਸਮਰਪਣ ਕਰਨ ਦੇ ਲਈ ਤਿਆਰ ਨਹੀਂ, ਜਾਂ ਗੁਰੂ ਦੇ ਸਨਮੁਖ ਆਪਣੇ ਆਪ ਨੂੰ ਕਰਨ ਦੇ ਲਈ ਮੈਂ ਰੈਡੀ ਨਹੀਂ ਕੀਤਾ। ਜਾਂ ਇਉਂ ਸਮਝ ਲਓ ਵੀ ਅੱਜ ਇੰਨੇ ਸਮਾਗਮ, ਇੰਨੇ ਤੀਰ ਚੱਲਣ ਦੇ ਬਾਅਦ ਵੀ ਜੇ ਅੱਜ ਹਿਰਦੇ ਨਹੀਂ ਵਿੰਨੇ ਜਾਂਦੇ ਪਏ ਤੇ ਇੱਕੋ ਗੱਲ ਹੈ ਬਈ ਨਿਸ਼ਾਨਾ ਨਹੀਂ, ਭਰੋਸਾ ਨਹੀਂ, ਜਾਂ ਬਾਹਾਂ ਵਿੱਚ ਬਲ ਨਹੀਂ। ਜਿਹੜੀਆਂ ਬਾਹਾਂ ਨਾਲ ਡੋਰ ਖਿੱਚੀ ਜਾਵੇ ਤੇ ਇੰਨੀ ਜ਼ੋਰਾਂ ਦੀ ਡੋਰ ਖਿੱਚੀ ਜਾਵੇ ਵੀ ਜਿਹੜਾ ਵੀ ਤੀਰ ਚੱਲੇ ਉਹ ਘਾਇਲ ਕਰ ਜੇ। ਉਹ ਜਿਸਨੂੰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਗੁਰੂ ਦਾ ਪ੍ਰੇਮ ਦਾ ਬਾਣ ਅਣਿਆਲਾ ਤੀਰ ਬਣ ਕੇ ਵੱਜਿਆ। ਅਣਿਆਲਾ ਤੀਰ ਜਿਹੜਾ ਵੱਜ ਗਿਆ, ਪਰ ਉਹ ਵੱਜ ਕੇ ਵਿੱਚੋਂ ਨਿਕਲਿਆ ਨਹੀਂ, ਉਹ ਵਿੱਚ ਹੀ ਰਹਿ ਗਿਆ। ਕਈ ਵਾਰ ਕੰਡਾ ਵੱਜ ਕੇ ਬਾਹਰ ਨਿਕਲ ਜਾਏ, ਕੁਝ ਸਮੇਂ ਬਾਅਦ ਜ਼ਖਮ ਵੀ ਠੀਕ ਹੋ ਜਾਂਦਾ ਹੈ, ਦਰਦ ਵੀ ਖਤਮ ਹੋ ਜਾਂਦੀ ਹੈ। ਜੇ ਕੰਡਾ ਵੱਜ ਕੇ ਵਿੱਚ ਹੀ ਟੁੱਟ ਜਾਏ, ਨਾ ਕਿ ਉਹ ਜ਼ਖਮ ਠੀਕ ਹੋਣ ਦਿੰਦਾ ਹੈ, ਨਾ ਉਹ ਦਰਦ ਜਾਂਦੀ ਹੈ। ਇੱਥੇ ਅਣਿਆਲਾ ਤੀਰ ਕਿਹਾ, ਅਣਿਆਲਾ ਤੀਰ ਜਿਹੜਾ ਵੱਜਦਾ ਤੇ ਹੈ, ਉਹ ਵੱਜ ਕੇ ਵਿੰਨ ਕੇ ਨਿਕਲ ਨਹੀਂ ਜਾਂਦਾ, ਉਹ ਵਿੱਚ ਹੀ ਰਹਿ ਜਾਂਦਾ ਹੈ। ਦੋਹਾਂ ਰੁੱਖ ਉਹਦੇ ਲਾਸਟ ਵਿੱਚ ਦੋ ਪਾਸੇ ਹੁੰਦੇ ਨੇ, ਉਹਨਾਂ ਨਾਲ ਵਿੱਚ ਫਸ ਜਾਂਦਾ ਹੈ। ਹੁਣ ਕਹਿੰਦੇ ਸ਼ਬਦ ਦਾ ਤੀਰ ਐਸਾ ਵੱਜਾ, ਉਹ ਵੱਜ ਕੇ ਨਿਕਲਿਆ ਨਹੀਂ, ਉਹ ਮੇਰੇ ਅੰਦਰ ਹੀ ਵਸ ਗਿਆ। ਜਦੋਂ ਵੀ ਉਹ ਅੰਦਰ ਹੈ, ਨਾ ਤੇ ਮੇਰਾ ਜ਼ਖਮ ਭਰਦਾ ਪਿਆ ਤੇ ਨਾ ਉਹ ਜਦੋਂ ਕਿਤੇ ਦੱਬ ਲੱਗਦੀ ਹੈ, ਉਹ ਫਿਰ ਅੰਦਰ ਬੈਰਾਗ ਦੀ ਇੱਕਦਮ ਕਣੀ ਉੱਠ ਜਾਂਦੀ ਹੈ, ਤਾਂ ਉਹਦੇ ਵਿੱਚੋਂ ਫਿਰ ਉਹ ਤਾਂਘ ਪੈਦਾ ਹੋ ਜਾਂਦੀ ਹੈ, ਜਿਹਦੇ ਕਰਕੇ ਧਿਆਨ ਸੁਰਤ ਫਿਰ ਰੱਬ ਵਾਲੇ ਪਾਸੇ ਚਲੀ ਜਾਂਦੀ। ਇੱਕ ਹੋਰ ਜਦੋਂ ਅਸੀਂ ਲਾਵਾਂ ਪੜ੍ਹਦੇ ਹਾਂ, ਭਗਤ ਸਾਹਿਬ ਇੱਥੇ ਕਿਹਾ ਲਾਗਤ ਲੈ ਉਸਾਸ। ਉਸਾਸ ਦਾ ਇੱਕ ਜਿਹੜਾ ਨਾ ਔਖੇ ਸਾਹ ਲੈਣਾ, ਭਾਵ ਔਖੇ ਸਾਹ, ਕਈ ਵਾਰ ਬੰਦਾ ਔਖੇ ਸਾਹ ਉਦੋਂ ਵੀ ਲੈਂਦਾ ਜਦੋਂ ਬਹੁਤ ਦੁਖੀ ਹੋਵੇ, ਬੜੀਆਂ ਵੱਡੀਆਂ ਗਹਿਰੀਆਂ ਚੋਟਾਂ ਲੱਗੀਆਂ ਹੋਣ। ਪਰ ਇੱਥੇ ਕਹਿੰਦੇ ਸੁਹੇਲੀ ਉਸਾਸ, ਇਹ ਜਿਹੜੇ ਉੱਭੇ ਸਾਹ ਨਾ ਠੰਡੇ ਸਾਹ ਨੇ, ਉਸ ਉਡੀਕ ਦੇ ਵਿੱਚ ਠੰਡੇ ਸਾਹ ਨੇ, ਇੱਕ ਚਾਉ ਹੈ, ਇੱਕ ਤਾਂਘ ਹੈ। ਜਦੋਂ ਅਸੀਂ ਲਾਵਾਂ ਪੜ੍ਹਦੇ ਹਾਂ ਨਾ ਜੀ, ਲਾਵਾਂ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਜ਼ਿਕਰ ਕਰਦੇ ਨੇ, ਹਰ ਤੀਜੜੀ ਲਾਭ ਮਨ ਚਾਉ ਭਇਆ ਬੈਰਾਗੀ ਆ ਬਲਰਾਮ ਜੀਓ। ਇਹ ਦੋਵੇਂ ਸ਼ਬਦ ਬੜੇ ਨੇੜੇ ਨੇ, ਚਾਉ ਤੇ ਬੈਰਾਗ। ਕਈ ਵਾਰ ਬੰਦਾ ਸੰਸਾਰਕ ਪੱਧਰ ਤੇ ਵੀ ਬੈਰਾਗ ਕਰ ਲੈਂਦਾ ਹੈ, ਉਹ ਬੈਰਾਗ ਕਈ ਵਾਰ ਦੁੱਖ ਵਿੱਚੋਂ ਪੈਦਾ ਹੁੰਦਾ ਹੈ, ਉਸ ਬੈਰਾਗ ਦੇ ਵਿੱਚ ਚਾਉ ਨਹੀਂ ਹੁੰਦਾ। ਜਿਵੇਂ ਘਰ ਦੇ ਵਿੱਚੋਂ ਕੋਈ ਚਲਾਣਾ ਕਰ ਗਿਆ, ਬੰਦਾ ਬੜਾ ਬੈਰਾਗ ਕਰਦਾ ਹੈ, ਉਹ ਦੁੱਖ ਹੈ, ਉਹਦੇ ਵਿੱਚ ਚਾਹ ਕੋਈ ਨਹੀਂ। ਪਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਜਦੋਂ ਰੱਬੀ ਮਿਲਾਪ ਵਾਲੇ ਪਾਸੇ ਬੰਦਾ ਤੁਰਦਾ ਹੈ, ਉਦੋਂ ਵੀ ਬੈਰਾਗ ਹੁੰਦਾ ਹੈ, ਔਰ ਉਸ ਬੈਰਾਗ ਦੇ ਵਿੱਚ ਚਾਉ ਪੈਦਾ ਹੁੰਦਾ ਹੈ। ਕਿਉਂ? ਕਿਉਂਕਿ ਇੱਕ ਪਾਸੇ ਬੈਰਾਗ ਹੈ, ਉਸ ਬੈਰਾਗ ਨੇ ਹੀ ਚਾਉ ਵਿੱਚ ਬਦਲ ਜਾਣਾ ਹੈ। ਕਿਉਂਕਿ ਜਿੰਨਾ ਚਿਰ ਬੈਰਾਗ ਨਹੀਂ, ਉਹਨਾਂ ਚਿਰ ਤਾਂਘ ਨਹੀਂ। ਤੇ ਜਦੋਂ ਤਾਂਘ ਹੈ, ਜਿਸ ਚੀਜ਼ ਲਈ ਤਾਂਘ ਹੋਵੇ, ਉਹ ਚੀਜ਼ ਮਿਲ ਜਾਏ, ਬੰਦਾ ਬੜਾ ਖੁਸ਼ ਹੁੰਦਾ ਹੈ। ਕਹਿੰਦੇ ਨੇ ਜਿਹਨੂੰ ਭੁੱਖ ਨਹੀਂ, ਉਹਨੂੰ ਭੋਜਨ ਦਾ ਸਵਾਦ ਨਹੀਂ, ਜਿਹਨੂੰ ਪਿਆਸ ਨਹੀਂ, ਉਹਨੂੰ ਪਾਣੀ ਦਾ ਅਹਿਸਾਸ ਨਹੀਂ, ਪਾਣੀ ਦੀ ਕੀਮਤ ਨਹੀਂ। ਤੇ ਜਿਹਨੂੰ ਰੱਬੀ ਵਿਛੋੜੇ ਦਾ ਬੈਰਾਗ ਨਹੀਂ, ਰੱਬ ਦੀ ਤਾਂਘ ਨਹੀਂ, ਉਹ ਮਿਲਾਪ ਦਾ ਆਨੰਦ ਵੀ ਨਹੀਂ ਲੈ ਸਕਦਾ। ਮਿਲਾਪ ਦਾ ਆਨੰਦ ਵੀ ਉਹੀ ਮਾਣਦੇ ਨੇ ਜਿਨ੍ਹਾਂ ਨੂੰ ਰੱਬੀ ਮਿਲਾਪ ਦੀ ਤਾਂਘ ਹੋਵੇ। ਤੇ ਇੱਥੇ ਕਿਹਾ ਗੁਰੂ ਦੇ ਸ਼ਬਦ ਨੇ ਮੇਰੇ ਅੰਦਰ ਉਹ ਤਾਂਘ ਪੈਦਾ ਕਰ ਦਿੱਤੀ ਸੀ, ਜਿਸ ਤਾਂਘ ਨੇ ਰੱਬੀ ਮਿਲਾਪ ਦੇ ਲਈ ਯਤਨ ਕੀਤੇ। ਤੇ ਉਸ ਯਤਨ ਦੇ ਕੀ ਸੀ? ਇੱਕ ਆਸਾਂ ਵੱਜ ਗਈਆਂ ਵੀ ਕਦੋਂ ਮਿਲੇਗਾ। ਤੇ ਭਗਤ ਕਬੀਰ ਕਹਿੰਦੇ ਜਿਹੜਾ ਆ ਸ਼ਬਦ ਦੀ ਚੋਟ ਸਹਾਰ ਲੈਂਦਾ, ਜੀਵਨ ਬਦਲ ਲੈਂਦਾ ਆਪਣਾ, ਮੇਰਾ ਜੀ ਕਰਦਾ ਹੈ ਮੈਂ ਉਹਦੇ ਅੱਗੇ ਆਪਣਾ ਆਪ ਸਮਰਪਣ ਕਰਦਾ। ਹਕੀਕਤ ਜਦੋਂ ਵੀ ਸ਼ਬਦ ਦੀ ਚੋਟ ਵੱਜੇਗੀ ਜੀਵਨ ਬਦਲੇਗਾ। ਤੇ ਮਤਲਬ ਜੇ ਜੀਵਨ ਬਦਲ ਨਹੀਂ ਰਿਹਾ, ਇਹਦਾ ਮਤਲਬ ਹੈ ਵੀ ਅਸੀਂ ਉਸ ਸ਼ਬਦ ਦੀ ਚੋਟ ਨੂੰ ਨਹੀਂ ਸਹਾਰਦੇ ਪਏ। ਗੁਰਬਾਣੀ ਕਹਿੰਦਾ ਭਲਿਓ ਨਿਸ਼ਾਨਾ ਇੱਕ ਬਣਾਓ ਤਾਂ ਕਿ ਤੁਹਾਡੇ ਨਿਸ਼ਾਨੇ ਟਿਕਾਣੇ ਤੇ ਵੱਜਣ ਤੀਰ। ਤੇ ਜਦੋਂ ਸਾਰਿਆਂ ਦਾ ਨਿਸ਼ਾਨਾ ਹੀ ਇੱਕ ਹੋ ਜਾਏ, ਫਿਰ ਗਰੰਟੀ ਹੈ, ਗੁਰੂ ਵੀ ਕਹਿੰਦਾ ਵੀ ਤੀਰ ਚਲਾਇਆ ਹੋ ਵਿਅਰਥ ਨਹੀਂ ਜਾਏਗਾ, ਉਹ ਵੀ ਟਿਕਾਣਿਆਂ ਤੇ ਵੱਜੇਗਾ। ਨਿਤਨੇਮ ਇੱਕ, ਬਾਣੀ ਇੱਕ, ਸਾਡਾ ਗੁਰੂ ਇੱਕ, ਸਾਡਾ ਪੰਥ ਇੱਕ, ਉਸ ਇੱਕ ਦੇ ਆਧਾਰ ਤੇ ਹੀ
ਅਸੀਂ ਸਾਰੇ ਮਿਲ ਕੇ ਗੁਰਮਤਿ ਦੀ ਗੱਲ ਕਰ ਰਹੇ ਹਾਂ। ਸਤਿਗੁਰ ਮਿਹਰ ਕਰੇ ਸਭਨਾਂ ਨੂੰ ਇਦਾਤ ਬਖਸ਼ੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਮੇਰੇ ਗਿਆਨ ਵਿੱਚ ਵਾਧਾ ਕਰਨ ਦੇ ਲਈ ਆਪਣੇ ਸੁਝਾਅ ਦੇਣੇ। ਬਾਕੀ ਸਤਿਗੁਰ ਜੀ ਰਹਿਮਤ ਕਰਨ ਸਾਨੂੰ ਸਭਨਾਂ ਨੂੰ। ਉਹ ਸ਼ਬਦ ਦੀ ਚੋਟ ਸਹਾਰੀਏ, ਸ਼ਬਦ ਦੀ ਚੋਟ ਨੂੰ ਅਹਿਸਾਸ ਕਰੀਏ ਤਾਂ ਕਿ ਜੀਵਨ ਵਿੱਚ ਤਬਦੀਲੀਆਂ ਆ ਜਾਣ। ਮਨਮਤ ਤੋਂ ਗੁਰਮਤ ਗਾੜੀ ਰਾਹ ਦਾ ਪਾਂਦੀ ਹੋ ਕੇ ਸ਼ਬਦ ਦਾ ਲੜ ਫੜ ਕੇ ਆਪਣਾ ਜੀਵਨ ਹੰਢਾਈਏ। ਇਤਨੀਆਂ ਕੁ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।